Good morning, students. As you remember that we are on the fifth chapter, Challenge to and Restoration of the Congress System. Before your exams, we have completed our topic context of the elections, that is the part of the fourth general elections 1967. Fourth general election 1967 topic is going on in the chapter number 5. Context of elections we have completed already, and now our today's topic is non-congressism. This situation could not have remained isolated from the party politics in the country. Opposition parties were in the forefront of the organizing public protests and pressurizing the ਗਵਰਨਮੈਂਟ। ਤਾਂ ਓਪੋਜੀਸ਼ਨ ਪਾਰਟੀਜ਼ ਨੇ ਜਿਹੜੀਆਂ ਉਹ ਵੀ ਇੱਥੇ ਪ੍ਰੋਟੈਸਟ ਕਰ ਰਹੀਆਂ ਸੀ, ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਰਹੀਆਂ ਸੀ, ਬਿਕੋਜ਼ ਨਾਨ ਕਾਂਗਰਸਿਜ਼ਮ ਹੈ ਜਿਹੜਾ ਉਹ ਵੱਧ ਰਿਹਾ ਸੀਗਾ। ਪਾਰਟੀਜ਼ ਅਪੋਜ਼ਡ ਟੂ ਦ ਕਾਂਗਰਸ ਰੀਅਲਾਈਜ਼ਡ ਦੈਟ ਦ ਡਿਵੀਜ਼ਨ ਆਫ ਦੇਅਰ ਵੋਟਸ ਕੈਪਟ ਦ ਕਾਂਗਰਸ ਇਨ ਪਾਵਰ। ਅਪੋਜ਼ਿਟ ਪਾਰਟੀ ਨੇ ਰਿਅਲਾਈਜ਼ ਕੀਤਾ ਕਿ ਜੇ ਉਹਨਾਂ ਦੀਆਂ ਵੋਟਸ ਨੇ ਜਿਹੜੀਆਂ ਉਹ ਉਹਨਾਂ ਦੀ ਡਿਵੀਜ਼ਨ ਹੋ ਗਈ, ਡਿਵਾਈਡ ਹੋ ਗਈਆਂ, ਮਤਲਬ ਜੋ ਅਪੋਜ਼ਿਟ ਪਾਰਟੀ ਨੇ ਜੇ ਉਹ ਹੀ ਅਲੱਗ-ਅਲੱਗ ਹੋ ਗਈਆਂ ਤਾਂ ਉਹਨਾਂ ਦੀਆਂ ਵੋਟਸ ਡਿਵਾਈਡ ਹੋ ਜਾਣਗੀਆਂ, ਤਾਂ ਕਾਂਗਰਸ ਪਾਰਟੀ 'ਤੇ ਇਸ ਚੀਜ਼ ਦਾ ਕੋਈ ਇਫੈਕਟ ਨਹੀਂ ਪਊਗਾ, ਉਹ ਫਿਰ ਵੀ ਵਿਨਰ ਹੀ ਰਹੂਗੀ। ਤਾਂ ਫਿਰ ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਆਪਣੀਆਂ ਵੋਟਸ ਨੇ ਜਿਹੜੀਆਂ ਉਹਨਾਂ ਨੂੰ, ਜਿੰਨੀਆਂ ਵੀ ਓਪੋਜ਼ਿਟ ਪਾਰਟੀਆਂ, ਉਹਨੂੰ ਅਸੀਂ ਅਲੱਗ-ਅਲੱਗ ਕਰਕੇ ਆਪਣੀਆਂ ਵੋਟਸ ਨੂੰ ਡਿਵਾਈਡ ਨਹੀਂ ਕਰਦੇ, ਅਸੀਂ ਇਕੱਠੇ ਹੋਵਾਂਗੇ ਸਾਰੇ। So, parties that were entirely different and desperate in their programs and ideology got together from anti-Congress fronts in some states and entered into electoral adjustments of sharing seats in others. ਉਹਨਾਂ ਨੇ ਫਿਰ ਆਪਣੇ ਸਾਰੇ ਪ੍ਰੋਗਰਾਮ, ਸਾਰੇ ਆਈਡੀਓਲੋਜੀ ਦੇ ਬੇਸ 'ਤੇ ਜਿਹੜੇ ਡਿਫਰੈਂਟ ਪਾਰਟੀ ਸੀ, ਓਪੋਜ਼ਿਟ ਪਾਰਟੀ ਸੀਗੀਆਂ, ਉਹਨਾਂ ਨੇ ਡਿਸਾਈਡ ਕੀਤਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਐਂਟੀ ਕਾਂਗਰਸ ਪਾਰਟੀ ਹੈ, ਜਿਹੜੀ ਐਂਟੀ ਕਾਂਗਰਸ ਫਰੰਟ ਆ ਜਿਹੜਾ ਉਹ ਬਣਾਉਂਦੇ ਆਂਗੇ, ਔਰ ਇਸ ਦੇ ਵਿੱਚ ਸਭ ਦੀ ਐਡਜਸਟਮੈਂਟ ਹੋਊ, ਸਭ ਦੀ ਸ਼ੇਅਰਿੰਗ ਹੋਊਗੀ ਸੀਟਸ ਦੀ ਅਲੱਗ-ਅਲੱਗ ਸਟੇਟਸ ਦੇ ਵਿੱਚ। They felt that the inexperience of Indira Gandhi and the internal factionalism with the Congress provided them an opportunity to topple the Congress. ਉਹਨਾਂ ਨੇ ਸੋਚਿਆ ਵੀ ਇੰਦਰਾ ਗਾਂਧੀ ਜਿਹੜੀ ਉਹ ਇਨਐਕਸਪੀਰੀਅੰਸ ਹੈ, ਐਕਸਪੀਰੀਅੰਸ ਉਹਨੂੰ ਹੈ ਨਹੀਂਗਾ। ਦੈਨ ਕਿ ਜੋ ਇੰਟਰਨਲ ਫੈਕਸ਼ਨਲਿਜ਼ਮ, ਮਤਲਬ ਇੰਟਰਨਲੀ ਪਾਰਟੀ ਦੇ ਵਿੱਚ ਵੀ ਕੁਛ ਗੁੱਟ ਬਣੇ ਹੋਏ ਸੀਗੇ, ਕੁਛ ਗਰੁੱਪਸ ਬਣੇ ਹੋਏ ਸੀਗੇ, ਤਾਂ ਉਹਦੇ ਕਰਕੇ ਕਹਿੰਦੇ ਸਾਨੂੰ ਕਾਂਗਰਸ ਨੂੰ ਨੀਚਾ ਦਿਖਾਉਣ ਦਾ ਚਾਂਸ ਹੈ, ਜਿਹੜਾ ਅਪੋਰਚੁਨਿਟੀ ਹੈ ਉਹ ਮਿਲ ਜੂਗੀ। ਦੈਟਸ ਵਾਈ ਦੇ ਆਲ ਗੈਟ ਟੂਗੈਦਰ, ਤਾਂ ਸਾਰੇ ਇਕੱਠੇ ਹੋ ਗਏ ਸੀਗੇ ਇਸ ਕਰਕੇ ਹੀ। ਦ ਸੋਸ਼ਲਿਸਟ ਲੀਡਰ ਰਾਮ ਮਨੋਹਰ ਲੋਹੀਆ ਗੇਵ ਦਿਸ ਸਟ੍ਰੈਟੇਜੀ ਦਾ ਨੇਮ ਆਫ ਦ ਨਾਨ ਕਾਂਗਰਸਿਜ਼ਮ। ਸੋਸ਼ਲਿਸਟ ਲੀਡਰ ਸੀ ਰਾਮ ਮਨੋਹਰ ਲੋਹੀਆ, ਜਿਨ੍ਹਾਂ ਨੇ ਇਸ ਸਟ੍ਰੈਟੇਜੀ ਨੂੰ, ਜੋ ਇਕੱਠੇ ਹੋਈਆਂ ਸੀ ਅਪੋਜ਼ਿਟ ਪਾਰਟੀਆਂ ਇੱਕ ਗੁੱਟ ਦੇ ਵਿੱਚ, ਦੈਟ ਇਜ਼ ਕਾਲਡ ਦ ਨਾਨ ਕਾਂਗਰਸਿਜ਼ਮ। He also produced a theoretical argument in its defense. Congress rule was undemocratic and opposed to the interests of the ordinary poor people. ਉਹਨਾਂ ਨੇ ਇੱਕ ਹੋਰ ਵੀ ਆਰਗੂਮੈਂਟ ਦਿੱਤਾ ਕਿ ਕਾਂਗਰਸ ਦਾ ਜਿਹੜਾ ਰੂਲ ਹੈ ਉਹ ਅਨਡੈਮੋਕ੍ਰੇਟਿਕ ਹੈ, ਦੈਟ ਇਜ਼ ਨਾਟ ਡੈਮੋਕ੍ਰੇਟਿਕ, ਦੈਟ ਇਜ਼ ਅਨਡੈਮੋਕ੍ਰੇਟਿਕ, ਐਂਡ not in the favor of the poor people, that is opposed to the interests of the ordinary people and only favors the rich people, ਕਿ ਉਹ ਰਿਚ ਲੋਕਾਂ ਦੀ ਹੀ ਫੇਵਰ ਕਰਦਾ ਹੈ ਔਰ ਜਿਹੜੇ ਪੂਅਰ ਨੇ ਉਹਨਾਂ ਦੇ ਉਹ ਖਿਲਾਫ ਹੈਗਾ। Therefore, the coming together of the non-Congress parties was necessary for reclaiming democracy for the people. ਇਸ ਲਈ ਨਾਨ ਕਾਂਗਰਸਿਜ਼ਮ ਵਾਲੀਆਂ ਪਾਰਟੀਜ਼ ਨੇ ਜਿਹੜੀਆਂ, ਉਹਨਾਂ ਨੇ ਸਮਝਿਆ ਕਿ ਲੋਕਾਂ ਦੇ ਲਈ ਡੈਮੋਕ੍ਰੇਸੀ ਹੈ ਜਿਹੜੀ ਉਹਦਾ ਹੋਣਾ ਜ਼ਰੂਰੀ ਹੈਗਾ। ਰਾਮ ਮਨੋਹਰ ਲੋਹੀਆ from 1910 to 1967, socialist leader and thinker, freedom fighter and among the founders of the Congress Socialist Party। ਤਾਂ ਇੱਕ ਫਰੀडम ਫਾਈਟਰ ਸੀਗੇ ਔਰ ਸੋਸ਼ਲਿਸਟ ਪਾਰਟੀ ਦੇ ਲੀਡਰ ਵੀ ਸੀਗੇ, ਫਾਊਂਡਰ। After the split in the parent party, the leader of the Socialist Party and later the Samyukta Socialist Party member Lok Sabha 1963 to 67, founder editor of the Mankind and Jain, known for original contribution to a non-European socialist theory. As political leader, best known for the sharp attacks on Nehru strategy of the non-congressism, advocacy of the reservation for backward class and opposition to English। ਤਾਂ ਇਹ ਇਹਨਾਂ ਦੇ ਬਾਰੇ ਥੋੜ੍ਹਾ ਦਿੱਤਾ ਹੋਇਆ ਕਿ ਕਿਸ ਤਰੀਕੇ ਦੇ ਨਾਲ ਕਿਹੜੀਆਂ ਪਾਰਟੀ ਦੇ ਵਿੱਚ ਹੈਗੇ ਸੀ, ਔਰ ਕਿੰਨਾ ਜਿਵੇਂ ਬੈਕਵਰਡ ਕਲਾਸਿਸ ਦੇ ਫੇਵਰ ਦੇ ਵਿੱਚ ਸੀ, ਉਹਨਾਂ ਦੀ ਰਿਜ਼ਰਵੇਸ਼ਨ ਦੇ ਫੇਵਰ ਦੇ ਵਿੱਚ ਸੀ, ਔਰ ਇੰਗਲਿਸ਼ ਲੋਕਾਂ ਦੇ ਇਹ ਬਿਲਕੁਲ ਅਪੋਜ਼ਿਟ ਸੀਗੇ। ਨੈਕਸਟ ਟੋਪਿਕ ਇਜ਼ ਇਲੈਕਟਰਲ ਵਰਡਿਕਟ। ਇਟ ਵਾਜ਼ ਇਨ ਦਿਸ ਕੰਟੈਕਸਟ ਆਫ ਦ heightened
popular discontent and the polarization of the political forces. That fourth general elections of the Lok Sabha and state assemblies were held in February 1967. The Congress was facing the electorate for the first time without Nehru. The fourth general elections were held in 1967, and this is the first electorate in which Congress party facing ਦਿਸ ਇਲੈਕਟੋਰੇਟ ਵਿਦਾਊਟ ਦ ਨਹਿਰੂ। ਪਹਿਲਾਂ ਨਹਿਰੂ ਜੀ ਹੁੰਦੇ ਸੀ ਹਰੇਕ ਇਲੈਕਸ਼ਨਸ ਦੇ ਵਿੱਚ, ਬਟ ਇਹ ਫਸਟ ਇਲੈਕਸ਼ਨ ਸੀ ਜਿਸ ਦੇ ਵਿੱਚ ਨਹਿਰੂ ਜੀ ਨਹੀਂ ਇਨਕਲੂਡਡ ਸੀਗੇ ਬਿਕੋਜ਼ ਉਹਨਾਂ ਦੀ ਡੈਥ ਹੋ ਗਈ ਸੀ। ਦ ਰਿਜ਼ਲਟਸ ਜੁਆਇਨ the Congress at both the national and the state levels. Many contemporary political observers described the election results as a political earthquake. Without Nehru ਕਈਆਂ ਨੇ ਇਸ ਨੂੰ political earthquake ਵੀ ਦੱਸੇਗਾ because this is the time of the defeat of Congress party. The Congress did manage to get majority in the Lok Sabha, but with its lowest tally of seats and share of votes since 1952. ਕਾਂਗਰਸ ਪਾਰਟੀ ਨੇ ਮੈਨੇਜ ਤਾਂ ਕੀਤਾ ਆਪਣੀ ਮੈਜੋਰਿਟੀ ਹਾਸਲ ਕਰਨ ਦੇ ਵਿੱਚ ਲੋਕ ਸਭਾ ਦੇ ਵਿੱਚ, ਬਟ ਉਹਨਾਂ ਦੀ ਟੋਟਲ ਕਾਊਂਟਿੰਗ ਸੀ ਜਿਹੜੀ ਉਹ 1952 ਦੇ ਕੰਪੈਰੇਟਿਵ ਬਹੁਤ ਘੱਟ ਸੀ। ਹਾਫ ਦ ਮਿਨਿਸਟਰਸ ਇਨ ਇੰਦਰਾ ਗਾਂਧੀਜ਼ ਕੈਬਨਿਟ ਵਰ ਡਿਫੀਟਡ। ਨੀਅਰ ਅਬਾਊਟ ਹਾਫ ਮਿਨਿਸਟਰਸ ਵਰ ਡਿਫੀਟਡ। ਦ ਪੋਲੀਟੀਕਲ ਸਟਾਲਵਰਟਸ ਹੂ ਲੋਸਟ ਇਨ ਦੇਅਰ ਕੌਂਸਟੀਟੂਐਂਸੀਜ਼ ਇਨਕਲੂਡਡ ਕਾਮਰਾਜ ਇਨ ਤਾਮਿਲਨਾਡੂ। ਤਾਂ ਜੋ ਹਾਰੀ ਗਏ ਸੀ ਤਕਰੀਬਨ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕਾਮਰਾਜ ਦੇ ਵਿੱਚ ਸ਼ਾਮਲ ਹੋ ਗਏ ਸੀ ਤਾਮਿਲਨਾਡੂ ਦੇ ਵਿੱਚ। S.K. Patel in Maharashtra, Atulya Ghosh in West Bengal and K.B. Shah in Bihar। ਇਹ ਮਤਲਬ ਅਲੱਗ-ਅਲੱਗ ਦੇ ਵਿੱਚ ਇਨਕਲੂਡ ਹੋ ਗਏ ਸੀਗੇ। The democratic nature of the political change would be more apparent to you at the state level. The Congress lost majority as many as 7 states। ਤਾਂ ਕਾਂਗਰਸ ਨੇ ਸਟੇਟਸ ਦੇ ਵਿੱਚ ਮੈਜੋਰਿਟੀ ਜਿਹੜੀ ਉਹ ਲੋਸਟ ਕਰ ਲਈ ਸੀ, ਲੋਕ ਸਭਾ ਦੇ ਵਿੱਚ ਹੀ ਮਿਲੀ ਸੀਗੀ ਇਹਨੂੰ। In two other states, state defections prevented it from forming a government. These 9 states where the Congress lost power were spread across the country. पंजाब, हरियाणा, उत्तर प्रदेश, मध्य प्रदेश, बिहार, वेस्ट बंगाल, उड़ीसा, मद्रास एंड केरला। ਇੱਥੇ 9 ਸਟੇਟਸ ਦੇ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਉਸਨੇ ਉਸਦੀ ਡਿਫੀਟ ਹੋਈ ਸੀਗੀ। In Madras state, now called Tamil Nadu, a regional party, the DMK, Dravida Munnetra Kanjagam, came to power by securing a clear majority। the DMK ਹੈ ਜਿਹੜੀ ਮਦਰਾਸ ਦੇ ਵਿੱਚ ਉਹ ਪਾਰਟੀ ਹੈ ਜਿਹੜੀ ਉਸਨੇ ਆਪਣੇ ਆਪ ਨੂੰ ਇਸਟੈਬਲਿਸ਼ ਕਰ ਲਿਆ ਸੀਗਾ। The DMK won power after having led a massive anti-Hindi agitation by students against the center on the issue of the imposition of Hindi as the official language। ਕਾਫੀ ਜ਼ਿਆਦਾ opposition ਦੇ ਬਾਅਦ DMK ਹੈ ਜਿਹੜੀ ਉਸਨੇ ਆਪਣੀ ਮੈਜੋਰਿਟੀ ਹਾਸਲ ਕੀਤੀ ਸੀ ਮਦਰਾਸ ਦੇ ਵਿੱਚ, ਕਾਫੀ ਓਪੋਜੀਸ਼ਨ ਉਸਦੀ ਹੋਈ ਸੀ। ਦਿਸ ਵਾਜ਼ ਦਾ ਫਸਟ ਟਾਈਮ ਐਨੀ ਨੋਨ ਕਾਂਗਰਸ ਪਾਰਟੀ ਹੈਡ ਸਿਕਿਉਰਡ ਦਾ ਮੈਜੋਰਿਟੀ ਆਫ ਇਟਸ ਓਨ ਇਨ ਐਨੀ ਸਟੇਟ। ਫਸਟ ਟਾਈਮ ਹੋਇਆ ਸੀ ਕਾਂਗਰਸ ਤੋਂ ਬਿਨਾਂ ਕਿਸੇ ਪਾਰਟੀ ਨੇ ਆਪਣੇ ਲੈਵਲ 'ਤੇ ਇੰਨੀ ਜ਼ਿਆਦਾ ਮੈਜੋਰਿਟੀ ਸਿਕਿਉਰ ਕੀਤੀ ਸੀਗੀ। In the other 8 states, coalition governments consisting of the different non-Congress parties were formed. A popular saying was that one could take a train from Delhi to Howrah and not pass through a single Congress-ruled state. It was a strange feeling for those who were used to seeing the Congress in power. So was the domination of the Congress over। ਤਾਂ ਕਹਿੰਦੇ ਇਹ ਜਿਹੜੇ ਕਿ ਕਾਂਗਰਸ ਨੂੰ ਪਾਵਰ ਦੇ ਵਿੱਚ ਦੇਖਣਾ ਚਾਹੁੰਦੇ ਸੀ ਉਹਨਾਂ ਦੇ ਲਈ ਇੱਕ ਸਟਰੇਂਜ ਫੀਲਿੰਗ ਸੀਗੀ। ਇੱਕ ਕਹਾਵਤ ਸੀ ਵੀ ਜਦੋਂ ਅਸੀਂ ਦਿੱਲੀ ਤੋਂ ਹਾਵੜਾ ਤੱਕ ਟ੍ਰੇਨ 'ਤੇ ਜਾਂਦੇ ਹਾਂ ਤਾਂ ਉਦੋਂ ਤੱਕ ਇੱਕ ਵੀ ਕੋਈ ਸਟੇਟ ਨਹੀਂ ਆਉਂਦਾ ਜਿਸ ਦੇ ਵਿੱਚ ਕਾਂਗਰਸ ਦਾ ਰੂਲ ਹੋਵੇ। ਸਾਰਿਆਂ ਦੇ ਵਿੱਚ ਅਲੱਗ-ਅਲੱਗ ਪਾਰਟੀਜ਼ ਦੇ ਰੂਲ ਹੋ ਚੁੱਕੇ ਸੀ। ਮੀਨਸ ਕਾਂਗਰਸ ਦੀ ਇੱਕ ਬਹੁਤ ਵੱਡੀ ਡਿਫੀਟ ਹੈ ਜਿਹੜੀ ਇੱਥੇ ਉਹ ਹੋ ਗਈ ਸੀ। ਕਾਂਗਰਸ ਕਾਫੀ ਜ਼ਿਆਦਾ ਲੂਜ਼ ਹੋ ਚੁੱਕੀ ਸੀ ਇੱਥੇ। ਤਾਂ ਇੱਥੇ ਡੋਮੀਨੇਸ਼ਨ ਜਿਹੜੀ ਹੈਗੀ ਹੁਣ ਕਾਂਗਰਸ ਪਾਰਟੀ ਦੀ ਨਹੀਂ ਰਹੀ, ਅਲੱਗ-ਅਲੱਗ ਹੋਰ ਪਾਰਟੀਜ਼ ਨੇ ਜਿਹੜੀਆਂ ਉਹ ਇਨਕਲੂਡ ਹੋ ਗਈਆਂ ਸੀ ਡੋਮੀਨੇਸ਼ਨ ਦੇ ਵਿੱਚ।